ਜਾਣਕਾਰੀ ਚਾਹਾਂਗਾ ਕਿ ਭਾਈ ਸਾਹਿਬ ਤੋਂ ਵੀ ਤੁਸੀਂ ਨਾਨਕ ਮਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੋ ਔਰ ਇੱਥੇ ਵੀ ਕਮੇਟੀ ਦੇ ਮੈਂਬਰ ਹੋ। ਇਸ ਕਰਕੇ ਮੈਂ ਜਾਣਨਾ ਚਾਹੁੰਦਾ, ਜਾਣਕਾਰੀ ਲੈਣਾ ਚਾਹੁੰਦਾ ਵੀ ਜਿਹੜੀ ਇੱਕ ਪਰਿਵਾਰ ਜਿਵੇਂ ਨਿੱਜੀ ਸੰਪत्ति ਦੱਸਦਾ ਵੀ ਗੁਰਦੁਆਰਾ ਸਾਹਿਬ ਨੂੰ, ਠੀਕ ਹੈ ਜੀ, ਹੁਣ ਕਮੇਟੀ ਜੋ ਸ਼੍ਰੋਮਣੀ ਕਮੇਟੀ ਵੀ ਹੋਣ ਦੇ ਵਿੱਚ ਆਉਂਦੀ ਆ ਜਾਂ ਨਾਨਕ ਮਤਾ ਕਮੇਟੀ ਵੀ ਉਹਨਾਂ ਆਧਾਰਾਂ 'ਤੇ ਹੀ ਸਾਰੀ ਸਾਡੇ ਪ੍ਰਬੰਧ ਚੱਲਣ ਦੇ ਨੇ ਗੁਰੂ ਘਰਾਂ ਦੇ। ਜਿਹੜਾ ਮਹੰਤਾਂ ਤੋਂ ਛੁਟਕਾਰਾ ਕਰਵਾ ਕੇ ਕਮੇਟੀਆਂ ਦਾ ਅਸੀਂ ਗੁਰਦੁਆਰਾ ਐਕਟ ਬਣਿਆ ਸੀ, ਕੀ ਗੱਲ ਇਹ ਦੁਬਾਰਾ ਉਹ ਮਹੰਤ ਪਰ ਜਿਹੜੀ ਮਨੋਵਰਤੀ ਆ ਦੁਬਾਰਾ ਹਾਵੀ ਹੋਣ ਦੀ ਕੋਸ਼ਿਸ਼ ਨਹੀਂ ਕਰ ਰਹੀ? ਇਹ ਜਾਣਨਾ ਚਾਹੁੰਦਾ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ज़्यादा इन्ना ज्ञान तो नहीं रखता, पर फिर भी मैं इन्ना दसना चाह रहा कि कोई भी गुरुद्वारा है उसकी सेवा संभाल अमृतधारी सिख कर सकता है, सहजधारी सिख नहीं कर सकता। अपने हुण नानक मता साहब के इलैक्शन होए हैं, उहदे विच जिन्ने भी मैंबर बने हैं गुरुद्वारियां तो वो सारे अमृतधारी सिख बने हैं, रहत मर्यादा के अनुसार बने हैं। तो इस गुरुद्वारे का भी बाबा दीप सिंह, शहीद बाबा दीप सिंह गुरुद्वारे के नाम तो एक मैंबर बनया होया जिहदा नाम है अमरजीत सिंह। पूरी रहत मर्यादा विच पूरा वो इत्थे सहयोग करदा हर काम दे विच, उहदे नाल होर भी सिंह करदे ने। ते इस करके इन्हां नूं खुद ही चाहिदा ਸੀ कि त्याग दे देना इत्थों। ਤੇ ਉਹਨਾਂ खुद जाके वैसे दिता भी मां अपने बाबा अनूप सिंह ਨੂੰ ਸਰੋਪੇ भी पाए, साढ़े सामने सानू भी बुलाया गया संगत ने कि तुसीं आओ इस एरिए दे हो, साढ़े सामने ਸਰੋਪੇ पाए गए। उस तो बाद मैं अपने नाल दे 5 ਸਿੰਘ नानक मत्ता साहब गुरुद्वारे तो बुलाए थे, ਅਸੀਂ 5 ਸਿੰਘ ਇੱਥੇ ਇਕੱਠੇ ਹੋਏ, ਸਾਨੂੰ ਵੀ ਇਹਨਾਂ ਸਰੋਪੇ ਪਾਏ। ਉਸ ਤੋਂ ਬਾਅਦ ਵੀ ਇਹਨਾਂ ਦੀ ਮੱਤ ਪਤਾ ਨਹੀਂ ਮੱਤ ਬੁੱਧੀ ਮਾਰੀ ਗਈ, ਕੀ ਹੋਇਆ ਉਸ ਹਿਸਾਬ ਦੇ ਨਾਲ ਇਹ ਮੁੱਕਰ ਗਏ। ਹੁਣ ਮਹਾਰਾਜ ਦਾ ਫਰਮਾਨ ਹੈਗਾ, ਮੈਂ ਨਹੀਂ ਬਾਣੀ ਪੜ੍ਹਨਾ ਚਾਹੁੰਦਾ, ਇਹ ਉਹ ਤੱਕ ਪਹੁੰਚ ਗਏ ਨੇ। ਬਾਕੀ ਇਹਨਾਂ ਨੂੰ ਮਹਾਰਾਜ ਸਤਬੁੱਧੀ ਦੇ, ਇਹ ਹਾਲੇ ਵੀ ਆਪਣੀ ਸਿੱਧੇ ਰਸਤੇ ਚੱਲਣ ਤੇ ਸਹਿਯੋਗ ਦੇਣ ਗੁਰੂ ਘਰ ਦਾ। ਤੇ ਸਾਰੇ ਹੀ ਗੁਰਦੁਆਰੇ ਜਿਹੜੇ ਨੇ ਉਹ ਸੰਗਤ ਦੇ ਹੀ ਹੁੰਦੇ ਨੇ, ਆਪਣਾ ਨਿੱਜੀ ਗੁਰਦੁਆਰਾ ਕਿਸੇ ਦਾ ਨਹੀਂ। ਬਿਲਕੁਲ ਜੀ, ਬਿਲਕੁਲ ਨਿੱਜੀ ਗੁਰਦੁਆਰਾ ਕਿਸੇ ਦਾ ਨਹੀਂ ਹੋ ਸਕਦਾ, ਸੰਗਤ ਹੀ ਸੇਵਾ ਕਰ ਸਕਦੀ ਹੈ ਗੁਰੂ ਘਰਾਂ ਦੀ। ਤੇ ਮੈਂ ਵੀ ਜਾਣਨਾ ਚਾਹਾਂਗਾ ਭਾਈ ਸਾਹਿਬ, ਸਾਰਾ ਮਸਲਾ ਜਿਵੇਂ ਪਿੱਛੇ ਚੱਲਦਾ ਰਿਹਾ, ਤੁਸੀਂ ਇਹਦੇ ਵਿੱਚ ਇਨਵੋਲਵ ਰਹੇ ਹੋ, ਤੁਸੀਂ ਇਹਨਾਂ ਜਾਣਕਾਰੀ ਰੱਖਦੇ ਹੋ ਵੀ ਬਹੁਤ ਚੰਗਾ ਰਿਹਾ ਰਵੱਈਆ। ਰਾਤੀ ਪਹਿਲਾਂ ਤਾਂ ਬੇੜਾ ਖਰਾਬ ਰਿਹਾ, बहुत ज़्यादा खराब सी, लेकिन बाद बहुत चंगा भी रहा, प्रशासन बहुत चंगा भी रहा। बाद मतलब दोवां नूं बड़ा समझा के उन्हें सूझबूझ नाल जी जी काफ़ी संगतां नूं रोस आया वा। हाँ जी बिल्कुल रोस, बिल्कुल सही रोस सी उहदा। और उदों बाद दोवां पक्षां ने बिल्कुल उन्होंने बह के निपटा के उन्हों दा मामला बाद लागे लिआंदा। हुण तुहानूं लगदा भी बिल्कुल मामला जिहड़ा निपट चुका, बिल्कुल निपट चुका, बिल्कुल 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 निपट जाएगा, बिल्कुल निपट जाएगा। ठीक है जी, आस है सानूं भी इहो ही आस है, असीं भी चाहुंदे आ भी इदां ही होना चाहिए भी जिहड़े गुरु घरां दा प्रबंध है संगत कोल होना चाहिए वा। किसी परिवार का निजी प्रबंध नहीं हो सकता। मैं बार बार ये गल कहना वा, तो दोबारा मैं फिर भी ठोक बजा के कहना भी कोई निजी बंदा कोई अपना निजी गुरुद्वारे निजी नहीं दस सकता, निजी प्रॉपर्टी नहीं होंगी किसी, संगत का होंदा वा और संगत ही फैसला करती आ हमेशा। तुसीं भाई साहब पहलों भी इत्थे काफ़ी समय तो वेख्या मैं तुहानूं भी इत्थे आउंदे रहे हो, तुसीं की कहना चाहुंदे मसले? ਅਸੀਂ ਵੀਰ ਜੀ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜੋ ਕੰਮ ਹੋਇਆ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਹੋਈ, ਇੱਕ ਪਰਿਵਾਰ ਨੇ ਆ ਸਾਰਾ ਕੰਮ ਕੀਤਾ, ਇਹ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ। ਗੁਰੂ ਘਰ 'ਚ ਇਹ ਕੰਮ ਬਿਲਕੁਲ ਵੀ ਸਹੀ ਨਹੀਂਗਾ, ਬਹੁਤ ਗਲਤ ਮੈਸੇਜ ਗਿਆ ਸੰਗਤ ਦੇ ਵਿੱਚ। ਲੇਕਿਨ ਅੱਜ ਹੁਣ ਚਲੋ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਂ ਜਿੰਨੇ ਵੀ ਲੋਕ ਨੇ ਗਣਮਾਨ ਵੱਡੇ ਲੋਕ, ਉਹਨਾਂ ਦੇ ਸਾਰਿਆਂ ਦੇ ਆਪਸੀ ਫੈਸਲਾ ਹੋ ਗਿਆ ਵੀ ਅਕਾਲ ਤਖਤ ਸਾਹਿਬ 'ਤੇ ਸਾਡਾ ਸੁਪਰੀਮ ਕੋਰਟ ਹੈ, ਉੱਥੇ ਜਾ ਕੇ ਜੋ ਵੀ ਫੈਸਲਾ ਹੋਏਗਾ ਅਸੀਂ ਮੰਨਾਂਗੇ। ਪਰ ਇਹ ਵੇ ਕਿ ਇਦੋਂ ਪਹਿਲੋਂ ਹੀ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇਲਾਕੇ ਦੇ ਮੰਤਰੀ ਵੀ ਸਿੱਖ ਨੇ, ਉਹਨਾਂ ਨੂੰ ਹੀ ਚਾਹੀਦਾ ਸੀ ਕਿ ਇਹ 'ਚ ਪ੍ਰਸ਼ਾਸਨ ਦਖਲ ਅੰਦਾਜ਼ੀ ਨਾ ਕਰਦਾ ਤੇ ਉਹ ਆਪ ਮਾਰੇ ਅੱਗੇ ਹੋ ਕੇ ਤੇ ਇਸ ਕੰਮ ਨੂੰ ਪਹਿਲਾਂ ਹੀ ਨਿਪਟਾ ਦੇਣਾ ਚਾਹੀਦਾ ਸੀ। ਲੇਕਿਨ ਉਹਨਾਂ ਨੇ ਵੀ ਕੋਈ ਦਿਲਚਸਪੀ ਨਹੀਂ ਲਈ ਔਰ ਪ੍ਰਸ਼ਾਸਨ ਵੀ ਪਹਿਲੋਂ ਤੇ ਬਹੁਤ ਜ਼ਿਆਦਾ ਇੱਥੇ ਮਤਲਬ ਇੱਕ ਹਿਸਾਬ ਦੀ ਬੇਅਦਬੀ ਕਹਿ ਲਓ ਤੁਸੀਂ ਵੀ ਹੁੰਦੀ ਰਹੀ ਹੈ, ਟੋਪੀਆਂ ਪਾ ਕੇ ਪੁਲਿਸ ਵੀ ਆਉਂਦੀ ਰਹੀ, ਸਭ ਕੁਝ ਹੋਇਆ। ਲੇਕਿਨ ਚਲੋ ਹੁਣ ਗੁਰੂ ਮਹਾਰਾਜ ਕਿਰਪਾ ਕਰਨਗੇ ਵੀ ਅਗਰ ਗੱਲ ਹੋ ਗਈ ਹੈ ਤੇ ਇਸ ਗੱਲ 'ਤੇ ਉਹ ਅਮਲ ਕਰਨ ਤੇ ਮੰਨਣ ਜੋ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਏਗਾ। ਬਾਕੀ ਜੋ ਕੋਰਟ 'ਚ ਉਹ ਕੋਰਟ ਦਾ ਫੈਸਲਾ ਆਏਗਾ, ਉਸ ਚੀਜ਼ ਨੂੰ ਮੰਨਿਆ ਜਾਏ। ਤੇ ਸਭ ਜ਼ਮੀਨਾਂ ਦੇ ਝਗੜੇ ਚੱਲਦੇ ਰਹਿੰਦੇ ਆ। ਮੈਂ ਗੱਲ ਕਰਨੀ ਚਾਹਾਂਗਾ, ਜਿਹੜੀ ਵੀਰ ਨੇ ਗੱਲ ਕੀਤੀ ਬਹੁਤ ਸੋਹਣੀ ਗੱਲ ਕੀਤੀ ਆ ਵੀ ਸਾਡੇ ਸਿੱਖ ਹੋਣ ਦੇ ਨਾਤੇ ਸਾਡੇ ਕੁਝ ਫਰਜ਼ ਨੇ। ਅਸੀਂ ਕਿਸੇ ਵੀ ਗਰੁੱਪ ਦੇ ਨਾਲ ਕਿਸੇ ਵੀ ਰਾਜਨੀਤਿਕ ਸੰਸਥਾ ਦੇ ਨਾਲ ਬੇਸ਼ੱਕ ਜੁੜੇ ਹੋਈਏ, ਪਰ ਸਾਡਾ ਫਰਜ਼ ਬਣਦਾ ਵਾ ਪਹਿਲੋਂ ਅਸੀਂ ਸਿੱਖ ਦਾ ਕੋਈ ਧਾਰਮਿਕ ਮਸਲਾ ਬਣਦਾ ਤਾਂ ਸਾਨੂੰ ਉਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਸਾਡੇ ਨਾਲ ਇਕਬਾਲ ਸਿੰਘ ਜੀ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕਿਸਾਨ ਯੂਨੀਅਨ ਦੇ ਜਾਣੇ ਪਛਾਣੇ ਚਿਹਰੇ ਨੇ ਇੱਕ, ਤੇ ਤੁਸੀਂ ਵੇਖਿਆ ਹੋਇਆ ਕਿਸਾਨ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਭੂਮਿਕਾ ਨਿਭਾਉਂਦੇ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਜਿਹੜਾ ਸਾਰਾ ਮਸਲਾ ਹੋਇਆ ਇਕਬਾਲ ਸਿੰਘ ਜੀ, ਤੁਸੀਂ ਵੀ ਜਾਣਦੇ ਹੋ ਸਾਰਾ ਕੁਛ, ਤੇ ਮਤਲਬ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ? ਇਹ ਵਿਰੋਧ ਪਾਸਾ
ਜਦੋਂ ਜਿਹੜੇ ਸਾਡੇ ਮੁਖੀ ਨੇ ਜੋ ਕਿ ਬਹੁਤ ਤਗੜੇ ਹੋ ਕੇ ਸੇਵਾ ਕਰ ਰਹੇ ਨੇ, ਸਮਾਜ ਦਾ ਭਲਾ ਕਰ ਰਹੇ ਨੇ, ਜਦੋਂ ਇੱਕ ਵਿਸ਼ੇਸ਼ ਵਿਅਕਤੀ ਨੂੰ ਸੇਵਾ ਸੌਂਪੀ ਗਈ, ਕਈਆਂ ਨੂੰ ਉਹ ਗੱਲ ਬੜੀ ਚੁੱਭੀ। ਉਹ ਇਸ ਕਰਕੇ ਚੁੱਭੀ ਗਈ, ਉਹ ਜਿਹੜੇ ਮੁਖੀ ਸਨ, ਮੈਂ ਉਹਨਾਂ ਦਾ ਸਿੱਧਾ ਨਾਂ ਹੀ ਲੈ ਦਿੰਦਾ, ਵੀਰ ਜੀ ਬਾਬਾ ਅਨੂਪ ਸਿੰਘ ਜੀ, ਉਹ ਕਿਸਾਨੀ ਅੰਦੋਲਨ 'ਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਨੂੰ ਇਹ ਬਹੁਤ ਵੱਡੀ ਚੋਭ ਹੈ ਕਿ ਇਸ ਸ਼ਖਸੀਅਤ ਕਰਕੇ ਇਸ ਇਲਾਕੇ ਵਿੱਚ ਕਿਸਾਨੀ ਅੰਦੋਲਨ ਸਰਕਾਰ ਦੇ ਖਿਲਾਫ ਖੜਾ ਹੋਇਆ। ਉਹ ਇਸੇ ਵਜ੍ਹਾ ਤੋਂ ਸੋਚ ਰਹੇ ਨੇ ਕਿ ਇਹ ਪੈਸਾ ਜਦੋਂ ਸਹੀ ਜਗ੍ਹਾ ਤੇ ਪਹੁੰਚ ਜਾਏਗਾ, ਇਹ ਆਮ ਜਨਤਾ ਦੇ ਭਲੇ ਵਾਸਤੇ ਹੋਏਗਾ, ਜੋ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਪੜ੍ਹਾਈ ਤੋਂ ਵੰਚਿਤ ਰਹਿ ਗਈਆਂ ਨੇ। ਇਹ ਉਹ ਸੰਸਥਾ ਹੈ ਜਿਹੜੀ ਪੜ੍ਹਾਈ ਵਾਲੇ ਪਾਸੇ ਸਾਡਾ ਧਿਆਨ ਲਿਆਉਣਾ ਚਾਹੁੰਦੀ ਹੈ। ਤੁਹਾਨੂੰ ਪਤਾ ਹੋਏਗਾ ਜਿੰਨੀ ਉਹਨਾਂ ਦੀ ਅਗਰਾਈ ਹੈ, ਉਸ ਤੋਂ ਬਾਵਜੂਦ ਉਨੇ ਹੀ ਖਰਚੇ ਤੋਂ 4 ਸਕੂਲ, ਵੱਡੇ ਸਕੂਲ ਚਲਾ ਰਹੇ ਨੇ। ਉਹਨਾਂ ਦੀ ਮਨਸਾ ਹੈ ਕਿ ਮੈਂ ਚੰਗੇ ਵਿਦਿਆਲੇ, ਕਾਲਜ, ਡਿਗਰੀ ਕਾਲਜ, ਮੈਡੀਕਲ ਕਾਲਜ ਖੋਲ੍ਹਾਂ ਤਾਂ ਕਿ ਆਪਣੀ ਕੌਮ ਦਾ ਭਲਾ ਹੋਵੇ। ਇਹ ਗੱਲ ਸਰਕਾਰ ਨੂੰ ਵੀ ਤੇ ਕਿਤੇ ਨਾ ਕਿਤੇ ਜਿਹੜਾ ਕਿ ਪਰਿਵਾਰ ਨੇ ਗੁਰਦੁਆਰਾ ਸਾਹਿਬ ਵੀਰ ਜੀ ਨੂੰ ਸੌਂਪਿਆ ਸੀ, ਉਹਨਾਂ ਨੂੰ ਇਹ ਗੱਲ ਚੁੱਭ ਰਹੀ ਹੈ ਕਿ ਇਹ ਪੈਸਾ ਸਿੱਧੇ ਪਾਸੇ ਜਾਣਾ ਹੈ। ਇਸ ਕਰਕੇ ਵੀਰ ਜੀ ਨੂੰ ਕਿਸੇ ਪ੍ਰਕਾਰ ਦੱਬਿਆ ਜਾਵੇ, ਉਹਨੂੰ ਪਿੱਛੇ ਹਟਾਇਆ ਜਾਵੇ। ਕੋਈ ਨਾ ਕੋਈ ਵੱਡੀ ਪਾਵਰ ਦਾ ਹੱਥ ਹੈ ਇਸ ਪਿੱਛੇ। ਇੱਦਾਂ ਨਹੀਂ ਕਿ ਰਾਤ ਨੂੰ 12 ਵਜੇ ਐਡੀਆਂ ਵੱਡੀਆਂ ਜਿਹੜੇ ਅਫਸਰ ਨੇ, ADM ਹੈ, SDM ਹੈ, CO ਹੈ, ਉਹ ਆ ਜਾਣ ਤੇ ਇੱਥੇ ਗ੍ਰੰਥੀ ਸਿੰਘਾਂ ਨੂੰ ਆ ਕੇ ਅਭਦਰ ਭਾਸ਼ਾ ਵਿੱਚ ਬੋਲਣ। ਤੇ ਜਦੋਂ ਇਹ ਮੈਸੇਜ ਸਾਡੇ ਕੋਲ ਸਾਰਿਆਂ ਕੋਲ ਗਿਆ, ਅੱਜ ਤੁਸੀਂ ਦੇਖ ਸਕਦੇ ਹੋ ਸਾਰੇ ਇਲਾਕੇ 'ਤੇ ਸੂਝਵਾਨ ਲੋਕ, ਸ਼ਖਸੀਅਤਾਂ ਬੈਠੀਆਂ ਹੋਈਆਂ ਨੇ ਜਿਹੜੀਆਂ ਕਿ ਇਸ ਵਿਰੋਧ ਕਰਕੇ ਬੈਠੀਆਂ ਨੇ ਕਿ ਜੇ ਆਪ ਬੋਲਿਆ ਗਿਆ ਇਸ ਕਰਕੇ। ਬਾਕੀ ਜਿਵੇਂ ਕਿ ਮਾਸਟਰ ਮਨਜੀਤ ਸਿੰਘ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਸਾਰੀ ਗੱਲ ਜਿਹੜੀ ਉਹਨਾਂ ਦੀ ਹੋਈ ਹੈ, ਅਸੀਂ ਸਰਮੱਥੇ ਲੈਂਦੇ ਹਾਂ। ਜੋ ਫੈਸਲਾ ਅਕਾਲ ਤਖਤ ਦਾ ਹੋਏਗਾ, ਅਸੀਂ ਪਹਿਲਾਂ ਵੀ ਮੰਨਦੇ ਆਏ ਹਾਂ, ਜੋ ਹੁਕਮ ਉਹਦਾ ਹੋਏਗਾ ਉਹ ਮੰਨਾਂਗੇ, ਤੇ ਜ਼ਮੀਨ ਬਾਰੇ ਜੋ ਕੋਰਟ ਦਾ ਫੈਸਲਾ ਹੋਏਗਾ ਉਹ ਅਸੀਂ ਮੰਨਾਂਗੇ। ਬਿਲਕੁਲ ਜੀ ਇਕਬਾਲ ਸਿੰਘ ਜੀ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ, ਕਿਉਂਕਿ ਸਿੱਖ ਪੰਥ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਕਾਰ ਸੇਵਾ ਵਾਲੀਆਂ ਸੰਸਥਾਵਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ, ਇਹਨਾਂ ਨੂੰ ਅੱਗੇ ਪਰੁੱਖ ਨਹੀਂ ਕੀਤਾ ਜਾ ਸਕਦਾ। ਜਦੋਂ ਸਾਨੂੰ ਲੋੜ ਪੈਂਦੀ ਆ ਅਸੀਂ ਨਵਾਬਗੰਜ ਆਉਂਦੇ ਹਾਂ, ਜਦੋਂ ਸਾਨੂੰ ਲੋੜ ਪੈਂਦੀ ਹੈ ਨਾਨਕਪੁਰੀ ਜਾਂਦੇ ਹਾਂ, ਜਦੋਂ ਸਾਨੂੰ ਲੋੜ ਪੈਂਦੀ ਹੈ ਨਾਨਕ ਮਾਤਾ ਸਾਹਿਬ ਜਾਂਦੇ ਹਾਂ, ਤੇ ਜਦੋਂ ਸਾਡੇ ਅੰਦੋਲਨ ਵੀ ਆ ਉਹਨਾਂ ਦੇ ਵਿੱਚ ਵੀ ਸਾਰੇ ਮਹਾਂਪੁਰਖਾਂ ਦਾ ਯੋਗਦਾਨ ਰਿਹਾ ਵਾ, ਸਾਰੀਆਂ ਸੰਸਥਾਵਾਂ ਦਾ ਯੋਗਦਾਨ ਰਿਹਾ ਵਾ। ਤੇ ਚੰਗੇ ਪਾਸੇ ਪੈਸਾ ਜਿਹੜਾ ਲੱਗ ਰਿਹਾ ਵੀ ਹੋ ਸਕਦਾ ਵਾ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੋਏ ਇਹਦੇ ਵਿੱਚ। ਜਸਵੀਰ ਸਿੰਘ ਜੀ ਵੀ ਬੈਠੇ ਨੇ, ਤੁਹਾਡੀ ਵੀ ਮੈਂ ਬਸ ਜ਼ਿਆਦਾ ਨਹੀਂ 2 ਮਿੰਟ ਦੀ ਤੁਸੀਂ ਜਾਣਨਾ ਚਾਹੁੰਦਾ, ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਇਸ ਚੀਜ਼ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜਾ ਤੇ ਬਾਦ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈ, ਇਹ ਕਾਫੀ ਸਮੇਂ ਤੋਂ ਪਰਿਵਾਰ ਹੀ ਤੇ ਸੇਵਾ ਸੰਭਾਲ ਕਰ ਰਿਹਾ ਸੀ। ਉਹ ਪਰ ਪਰਿਵਾਰ ਦੇ ਵਾਰ-ਵਾਰ ਸਵਾਲ ਉੱਠਦੇ ਸੀ, ਇੱਕ ਤਾਂ ਉਹ ਰਹਿਤ ਮਰਿਆਦਾ ਦੇ ਵਿੱਚ ਠੀਕ ਨਹੀਂ, ਇੱਕ ਉਹਨਾਂ ਦਾ ਜੀਵਨ ਉੱਚਾ ਸੁੱਚਾ ਨਹੀਂ। ਇਸ ਕਰਕੇ ਕੁਝ ਲੋਕਲ ਸੰਗਤਾਂ ਨੇ ਉਹਨਾਂ ਦਾ ਵਿਰੋਧ ਕੀਤਾ। ਇੱਕ ਗੁਰੂ ਕੀ ਗੋਲਕ ਜਿਹੜੀ ਆ ਉਹ ਨਿੱਜੀ ਹਿੱਤਾਂ ਵਾਸਤੇ ਵਰਤੀ ਜਾ ਰਹੀ ਸੀ। ਹਾਂਜੀ, ਉਹ ਗੁਰੂ ਸੰਗਤਾਂ ਦਾ ਲਾਗੋਂ ਦੇ ਲੋਕਲ ਸੰਗਤਾਂ ਦਾ ਇਹੋ ਵਿਰੋਧ ਸੀ ਕਿ ਜੋ ਵੀ ਗੁਰੂ ਦੀ ਗੋਲਕ ਆ ਤੁਸੀਂ ਇੱਥੇ ਖੋਲੋ, ਇੱਥੇ ਗਿਣੋ, ਸਾਡੇ ਸਾਹਮਣੇ ਤੁਹਾਨੂੰ ਪਤਾ ਲੱਗੇ ਤੇ ਉਹ ਮਾਇਆ ਦੀ ਵਰਤੋਂ ਸਹੀ ਢੰਗ 'ਚ ਹੋ ਸਕੇ। ਉਹ ਪਰਿਵਾਰ ਇਹ ਕਰਦਾ ਹੈ ਕਿ ਇੱਥੋਂ ਗੋਲਕ ਬੋਰੀਆਂ ਵਿੱਚ ਭਰ ਕੇ ਆਪਣੇ ਘਰ ਲੈ ਜਾਂਦਾ ਸੀ ਤੇ ਉੱਥੇ ਮਾਇਆ ਦੀ ਉਹ ਗਿਣਤੀ ਕਰਦੀ ਸੀ। ਉਹ ਪਰਿਵਾਰ ਨੂੰ ਜਿਵੇਂ ਐਵੇਂ ਲੱਗਾ ਕਿ ਗੁਰੂ ਘਰ ਸਾਡੇ ਤੋਂ ਜਾਂਦਾ, ਤਾਂ ਉਹਨਾਂ ਆਪ ਆਪਣੇ ਹੱਥੀਂ ਜਾ ਕੇ ਵੀਰ ਜੀ ਨੂੰ ਸਰੋਪ ਪਾ ਕੇ ਸੇਵਾ ਦਿੱਤੀ ਆ। ਉਤੋਂ ਫਿਰ ਨਾਮ ਜਪਦੇ ਫਿਰ ਦੁਬਾਰਾ ਇੱਥੇ ਆਇਆ ਸ਼ਹੀਦ ਬਾਬਾ ਦੀਪ ਸਿੰਘ ਦੇ ਡੇਰੇ 'ਤੇ। ਇੱਥੇ ਆ ਕੇ ਫਿਰ ਅਰਦਾਸ ਕੀਤੀ ਆ, 6 ਪੌੜੀਆਂ ਆਨੰਦ ਸਾਹਿਬ ਪਾਠ ਕੀਤਾ, ਹੁਕਮਨਾਮਾ ਲਿਆ। ਸਾਰਾ ਕੁਝ ਕਰਨ ਤੋਂ ਬਾਅਦ 3 ਦਿਨ ਤੱਕ ਉਹ ਪਰਿਵਾਰ ਠੀਕ ਰਿਹਾ ਜੀ। ਚੌਥੇ ਦਿਨ ਪਰਿਵਾਰ ਨੂੰ ਪਤਾ ਨਹੀਂ ਕੀ ਹੁੰਦਾ ਜੀ, ਕਿਹੜੀ ਉਹ ਤਾਕਤ ਆ ਜਿਹੜੀ ਉਹਨਾਂ ਨੇ ਜਾ ਕੇ ਉਹਨੂੰ ਚੁੱਕਿਆ, ਉਹਨਾਂ ਨੂੰ ਉਕਸਾਇਆ ਕਿ ਇਹ ਪ੍ਰਬੰਧ ਜੇ ਇਹ ਮਾਇਆ ਵੀਰ ਜੀ ਦੇ ਹੱਥਾਂ 'ਤੇ ਚਲੇਗੀ, ਇਹ ਮਾਇਆ ਸੱਚੀ ਤੇ ਸੁੱਚੀ ਸਹੀ ਜਗ੍ਹਾ 'ਤੇ ਲੱਗਣੀ ਆ। ਇਹ ਆਮ ਲੋਕਾਂ ਨੂੰ ਤੇ ਆਮ ਜਿਹੜੀਆਂ ਵੱਡੀਆਂ ਕੋਈ ਸੰਸਥਾਵਾਂ ਜਾਂ ਕੁਛ ਹੈਗਾ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ। ਤਾਂ ਜੋ ਵੀ ਇਹ ਕੰਮ ਹੋਇਆ ਉਹ ਗਲਤ ਹੋਇਆ ਜੀ। ਉਹ ਤੋਂ ਬਾਅਦ ਅਸੀਂ ਮੰਤਰੀ ਸਾਹਿਬ ਕੋਲ ਵੀ ਗਏ ਹਾਂ ਕਿ ਤੁਸੀਂ ਇਹਦੇ ਵਿੱਚ ਪੈ ਕੇ ਇਹਦੇ ਵਿੱਚ ਇਹਨੂੰ ਨਿਬੇੜ ਦਿਓ। ਪਰਿਵਾਰ ਦੀ ਗੱਲ ਤੁਹਾਡੀ ਵੀ ਮੰਨੇਗਾ, ਬਾਕੀ ਸੰਗਤਾਂ ਵੀ ਮੰਨਣਗੀਆਂ ਜੀ। ਉਹਨਾਂ ਦਾ ਕਹਿਣਾ ਕਿ ਅਸੀਂ ਕੋਸ਼ਿਸ਼ ਕਾਫੀ ਕੀਤੀ ਆ, ਲੇਕਿਨ ਉਹ ਪਰਿਵਾਰ ਨਹੀਂ ਮੰਨਿਆ। ਮੇਰੀ ਵੀ ਪਰਿਵਾਰ ਨਾਲ ਪਰਸੋਂ ਇੱਥੇ ਗੱਲ ਹੋਈ, ਪਰਿਵਾਰ ਨਾਲ ਮੈਂ ਬਹੁਤ ਕੁਝ ਕੀਤਾ ਕਿ ਜਿਵੇਂ ਤੁਸੀਂ ਆਖੋ ਆਪਾਂ ਉਵੇਂ ਕਰ ਲੈਂਦੇ ਹਾਂ, ਫਿਰ ਵੀ ਉਹ ਪਰਿਵਾਰ ਉਸ ਗੱਲ 'ਤੇ ਰਾਜੀ ਨਹੀਂ ਹੋਇਆ ਜੀ। ਹੁਣ ਰਾਤ ਦਾ ਹੀ ਘਟਨਾਕ੍ਰਮ ਵੇਖ ਲਓ ਜੀ, ਇੱਥੇ ਪ੍ਰਸ਼ਾਸਨ ਰਾਤ ਨੂੰ 11 ਵਜੇ ਆ ਕੇ ਵੱਡੇ ਅਫਸਰ ਆ ਰਹੇ ਆ। ਪ੍ਰਸ਼ਾਸਨ ਦੇ ਅਗਰ ਕੋਈ ਦਿਨੇ ਕੋਈ ਗੱਲਬਾਤ ਹੋ ਜਾਏ, ਕੋਈ ਵੱਡੇ ਕੋਈ ਹਾਦਸੇ ਵਾਪਰ ਜਾਂਦੇ ਆ, ਤੇ ਬੜੇ ਫੋਨ ਕਰਨ ਤੋਂ ਬਾਅਦ ਵੀ ਨਹੀਂ ਪਹੁੰਚਦਾ। ਤੇ ਇੱਕ ਸਵਾਲ ਖੜਾ ਹੋ ਜਾਂਦਾ ਨਾ ਵੀ ਰਾਤ ਨੂੰ ਹੀ ਕਿਉਂ ਪ੍ਰਸ਼ਾਸਨ ਆ ਰਿਹਾ ਵਾ ਬਾਰ-ਬਾਰ? 2 ਵਾਰ 3 ਵਾਰ ਇਹ ਘਟਨਾ ਹੋਈ ਆ ਵੀ ਸਾਰਾ ਦਿਨ ਮਾਹੌਲ ਸ਼ਾਂਤ ਰਹਿੰਦਾ, ਰਾਤ ਨੂੰ ਪ੍ਰਸ਼ਾਸਨ ਜਦੋਂ ਆਉਂਦਾ ਵਾ ਤਾਂ ਮਾਹੌਲ ਜਿਹੜਾ ਵਾ ਤਣਾਅਪੂਰਨ ਹੋ ਜਾਂਦਾ ਵਾ। ਉਹ ਕੀ ਕਾਰਨ ਨੇ? ਉਹ ਕਿਸੇ ਨਾ ਕਰਕੇ ਪ੍ਰਸ਼ਾਸਨ ਜਾਂ ਤੇ ਬੜੇ ਵੱਡੇ ਕੋਈ ਰਾਜਨੀਤਿਕ ਦਬਾਅ ਦੇ ਥੱਲੇ ਆ, ਜਾਂ ਉਹ ਮਾਇਆ ਦੀ ਵਰਤੋਂ ਉੱਥੇ ਕੀਤੀ ਗਈ ਆ ਵੱਡੇ ਤਕੜੇ ਲੈਵਲ 'ਤੇ, ਕਿ ਜਿਹੜਾ ਪ੍ਰਸ਼ਾਸਨ ਰਾਤ ਨੂੰ ਆ ਕੇ ਪ੍ਰਸ਼ਾਸਨ ਦੀ ਇਹ ਮੰਜ਼ਾ ਹੈ ਕਿ ਰਾਤ ਨੂੰ ਸੰਗਤਾਂ ਦੀ ਗਿਣਤੀ ਬਹੁਤ ਇੱਥੇ ਘੱਟ ਹੋਣੀ ਆ। ਥੋੜ੍ਹੇ ਕੋਈ ਜੀ ਹੋਣਗੇ ਤੇ ਅਸੀਂ ਉਹਨਾਂ ਨੂੰ ਦਬਕਾ ਮਾਰ ਕੇ ਧੱਕੇ ਧੁੱਕੇ ਮਾਰ ਕੇ ਬਾਹਰ ਕੱਢ ਕੇ ਤਾਲਾ ਲਵਾ ਕੇ ਤੇ ਕਬਜ਼ਾ ਪਰਿਵਾਰ ਨੂੰ ਦਵਾ ਦਾਂਗੇ।
ਲੇਕਿਨ ਜੋ ਉਹਨਾਂ ਦੀ ਮਨਸ਼ਾ ਸੀ ਉਹਦੇ ਵਿੱਚ ਉਹ ਸਫਲ ਨਹੀਂ ਹੋ ਸਕੇ। ਪਰਮਾਤਮਾ ਹਮੇਸ਼ਾ ਹੀ ਸੱਚੇ ਤੇ ਸੁੱਚੇ ਬੰਦਿਆਂ ਦੀ ਮਦਦ ਕਰਦਾ ਵਾ, ਇਸ ਕਰਕੇ ਪਰਮਾਤਮਾ ਦੀ ਕਿਰਪਾ ਹੋਈ ਆ। ਹੁਣ ਚਲੋ ਜੋ ਵੀ ਫੈਸਲਾ ਜ਼ਮੀਨ ਦਾ ਕੋਰਟ ਕਰੇਗਾ ਤੇ ਗੁਰਦੁਆਰਾ ਗੁਰੂ ਘਰ ਦਾ ਅਕਾਲ ਤਖਤ ਸਾਹਿਬ ਕਰੇਗਾ, ਉਹ ਸਾਰਿਆਂ ਨੂੰ ਸਾਨੂੰ ਜੀ ਪ੍ਰਵਾਨ ਹੈ ਜੀ। ਅਕਾਲ ਤਖਤ ਸਾਹਿਬ ਤੋਂ ਅਸੀਂ ਕਦੇ ਬਾਹਰ ਨਹੀਂ ਜੀ, ਨਾ ਕਦੀ ਹੋਵਾਂਗੇ ਜੀ। ਬਿਲਕੁਲ ਜੀ, ਧੰਨਵਾਦ। ਹਾਂਜੀ, ਕੁਝ ਕਹਿਣਾ ਚਾਹੁੰਦੇ ਤੁਸੀਂ? ਇੱਕ ਗੱਲ ਵੀਰ ਜੀ ਹੋਰ ਕਹਿਣਾ ਚਾਹੁੰਦਾ ਵਾਂ ਕਿ ਇੱਕ ਆਪਣੇ ਕਾਰ ਸੇਵਾ ਦੇ ਪ੍ਰਮੁੱਖ ਨੇ ਇੱਥੇ ਨੇੜੇ ਹੀ, ਉਹਨਾਂ ਦਾ ਵੀ ਨਾਂ ਪਰਿਵਾਰ ਵੱਲੋਂ ਵਰਤਿਆ ਗਿਆ ਗਾਏ ਬਗਾਏ ਵੀ ਉਹ ਸਾਡੀ ਮਦਦ ਕਰ ਰਹੇ ਨੇ, ਵੀਰ ਜੀ ਦੇ ਖਿਲਾਫ ਪੂਰਾ ਜ਼ੋਰ ਲਾ ਰਹੇ ਨੇ ਉਹਨਾਂ ਨੂੰ। ਨਹੀਂ ਵੇਖੋ ਜੀ, ਇਹ ਅਫਵਾਹਾਂ ਹੁੰਦੀਆਂ ਨੇ, ਠੀਕ ਹੈ ਜੀ। ਜਿੰਨਾ ਚਿਰ ਤੱਕ ਕੋਈ ਐਵੀਡੈਂਸ ਨਾ ਹੋਇਆ, ਆਪਾਂ ਕਿਸੇ ਵੀ ਮਹਾਂਪੁਰਖ ਦੇ ਉੱਤੇ ਕੋਈ ਵੀ ਜਿੱਥੇ ਵੀ ਸੇਵਾ ਕਰ ਰਿਹਾ ਵਧੀਆ ਕਰ ਰਿਹਾ, ਆਪਾਂ ਇਲਜ਼ਾਮ ਨਹੀਂ ਲਾ ਰਹੇ। ਅਸੀਂ ਆਨੇ ਆ ਵੀ ਜੇ ਕੋਈ ਇਹ ਅਫਵਾਹ ਹੈ, ਗਲਤਫਹਿਮੀ ਹੈ, ਤੇ ਉਹ ਗਲਤਫਹਿਮੀ ਪੈਣੀ ਨਹੀਂ ਚਾਹੀਦੀ। ਵੈਸੇ ਵੀ ਆਪਣੇ ਹੀ ਗੁਰੂ ਘਰ 'ਚ ਅਸੀਂ ਦੋ ਫੜ ਹੋ ਜਾਈਏ ਤੇ ਸਿੱਖ ਸੰਗਤ ਦੋ ਫੜ ਹੋ ਕੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰੇ, ਹੋਣਾ ਨਹੀਂ ਚਾਹੀਦਾ। ਬਿਲਕੁਲ ਇਹ ਚੀਜ਼ ਤੋਂ ਬਚਣਾ ਚਾਹੀਦਾ, ਇਹੋ ਜੀ ਬਿਆਨਬਾਜ਼ੀ ਕਰਨ ਤੋਂ, ਕਿਉਂਕਿ ਇਹ ਸੰਸਥਾਵਾਂ ਦਾ ਝਗੜਾ ਨਹੀਂ ਬਣਨਾ ਚਾਹੀਦਾ, ਠੀਕ ਹੈ ਜੀ। ਇਹ ਨਹੀਂ ਵੀ ਸਾਡੇ ਸੰਸਥਾਵਾਂ ਨੇ ਸਾਰੀਆਂ ਸਤਿਕਾਰਯੋਗ ਨੇ, ਜਿੱਥੇ ਸੇਵਾ ਕਰ ਰਿਹਾ ਮੈਂ ਨਾ ਬਹੁਤ ਵਧੀਆ ਕਰ ਰਿਹਾ ਵਾ, ਠੀਕ ਹੈ ਜੀ। ਕੁਝ ਥੋੜੇ ਬਹੁਤ ਆਪਸੀ ਡਿਸਪਿਊਟ ਹੋਣਗੇ ਤਾਂ ਉਹ ਬਹਿ ਕੇ ਹੱਲ ਕਰਨੇ ਚਾਹੀਦੇ ਨੇ, ਨਾ ਕਿ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਚਾਹੀਦਾ। ਇਹਨੂੰ ਜਨਤਕ ਨਹੀਂ ਕਰਨਾ ਚਾਹੀਦਾ ਮਾਮਲੇ ਨੂੰ, ਔਰ ਕੋਈ ਵੀ ਇਹ ਆਪਸ 'ਚ ਦੋ ਫੜ ਨਹੀਂ ਹੋਣਾ ਚਾਹੀਦਾ। ਖਾਸ ਕਰਕੇ ਗੁਰੂ ਘਰਾਂ ਵਾਲੇ ਮਸਲੇ ਤੇ ਅਸੀਂ ਆਪ ਹੀ ਗੁਰੂ ਘਰਾਂ ਦੀ ਜਦੋਂ ਕਿਤੇ ਬੇਅਦਬੀ ਹੁੰਦੀ ਹੈ ਤੇ ਬੜੇ ਜ਼ੋਰ ਸ਼ੋਰ ਨਾਲ ਮੁੱਦਾ ਚੁੱਕਿਆ ਜਾਂਦਾ ਜੀ, ਫਲਾਣੀ ਜਗ੍ਹਾ ਬੇਅਦਬੀ ਹੋ ਗਈ, ਤੇ ਇਸ ਜਗ੍ਹਾ ਤੇ ਹੁਣ ਅਸੀਂ ਆਪ ਹੀ ਪੁਲਿਸ ਨੂੰ ਸੱਦ ਕੇ ਤੇ ਇੱਕ ਹਿਸਾਬ ਦੀ ਬੇਅਦਬੀ ਕਰਾ ਰਹੇ ਹਾਂ ਆਪ ਅਸੀਂ, ਤੇ ਇਹ ਮਸਲਾ ਇੱਥੇ ਹੀ ਠੱਪਿਆ ਜਾਣਾ ਚਾਹੀਦਾ। ਹੁਣ ਜਿੱਥੇ ਫੈਸਲਾ ਹੋ ਗਿਆ ਉਸ ਚੀਜ਼ ਨੂੰ ਇਹਨਾਂ ਨੂੰ ਮੰਨਣਾ ਚਾਹੀਦਾ ਤੇ ਅੱਗੇ ਜਿਹੜਾ ਵਿਵਾਦ ਹੈ ਬਿਲਕੁਲ ਨਹੀਂ ਵਧਣਾ ਚਾਹੀਦਾ, ਅਸੀਂ ਇਹੀ ਕਹਿਣਾ। ਬਿਲਕੁਲ ਜੀ, ਆਸ ਕਰਦੇ ਹਾਂ ਵੀ ਜਿਵੇਂ ਤੁਸੀਂ ਵੇਖਿਆ ਵੀ ਸਰਦਾਰ ਮਲਕੀਤ ਸਿੰਘ ਨਾਲ ਵੀ ਸਾਡੀ ਗੱਲ ਹੋਈ ਹੈ, ਮਾਸਟਰ ਮਲਕੀਤ ਸਿੰਘ ਨਾਲ ਵੀ, ਉਹਨਾਂ ਨੇ ਵੀ ਇਹੋ ਗੱਲ ਦੱਸੀ ਆ ਵੀ ਕਿਸੇ ਨਾ ਕਿਸੇ ਮੁੱਦੇ ਤੇ ਸਹਿਮਤੀ ਹੋਈ ਆ। ਉਹ ਪਰਿਵਾਰ ਵੀ ਸਹਿਮਤ ਹੋਇਆ ਵਾ ਅਕਾਲ ਤਖਤ ਸਾਹਿਬ ਜਾਣ ਵਾਸਤੇ, ਤੇ ਇੱਧਰੋਂ ਜਿਹੜੀ ਸੰਗਤ ਆ ਉਹ ਵੀ ਸਹਿਮਤ ਹੋਈ ਆ। ਅਸੀਂ ਆਸ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਇਸ ਮਸਲੇ ਦਾ ਹੱਲ ਨਿਕਲੇ, ਔਰ ਨਿਕਲਣਾ ਵੀ ਚਾਹੀਦਾ, ਕਿਉਂਕਿ ਸੰਗਤਾਂ ਦੇ ਜਿਹੜੇ ਹਿਰਦੇ ਆ, ਜਦੋਂ ਇੱਥੇ ਪੁਲਿਸ ਆਉਂਦੀ ਆ ਗੁਰੂ ਘਰ ਦੇ ਵਿੱਚ, ਤੇ ਉਦੋਂ ਬਹੁਤ ਲੋਕਾਂ ਦੇ ਵਿੱਚ ਰੋਸ਼ ਹੁੰਦਾ ਵਾ, ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਨੇ। ਉਹ ਚੀਜ਼ ਨੂੰ ਜਿਹੜਾ ਵਿਰਾਮ ਲੱਗਣਾ ਚਾਹੀਦਾ ਵਾ, ਤੇ ਅਸੀਂ ਆਸ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਇਹ ਮਸਲੇ ਦਾ ਹੱਲ ਹੋਣਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਅੱਗੇ ਸਾਰੇ ਹੀ ਸਿੱਖ ਕੌਮ ਨਤਮਸਤਕ ਆ, ਔਰ ਹਮੇਸ਼ਾ ਰਹੇਗੀ, ਕਿਉਂਕਿ ਅਕਾਲ ਤਖਤ ਸਾਡੀ ਸਰਵੋੱਚ ਅਦਾਲਤ ਜਿਹਨੂੰ ਕਹਿ ਸਕਦੇ ਹਾਂ, ਸਾਡੀ ਸਰਵੋੱਚ ਸੁਪਰੀਮ ਪਾਵਰ ਜਿਹੜੀ ਅਕਾਲ ਤਖਤ ਸਾਹਿਬ ਆ, ਉਹ ਤੋਂ ਅੱਗੇ ਸਾਡੇ ਕੁਛ ਨਹੀਂ ਗਾ। ਧੰਨਵਾਦ ਜੀ।